बेनती करा संत बाबा सरवणदास जी सलेम टाबरी लुधियाना वाले वो 5-7 मिनट वास्ते संगतां दे रूबरू होणगे। आओ सरवण करिए जी। ये भी बड़े विद्वान ने, ये भी साधु संप्रदाय जेठल श्री गुरु रविदास साधु संप्रदाय जेठल पंजाब दे मोढे नाल मोढा रख के तुरदे ने। और माइक ला दिओ जी। आओ सरवण करो जी। वाहिगुरू वाहिगुरू। हर सोहीरा छाड़ कर आन की आस, ते नर दूज की जाहेंगी सत पाख रविदास। संत तुझे तन संगत प्राणा, सतगुर ज्ञान जान संत दीवादी। संत जे संगत संत कथा रस, संत प्रेम माजै दीजै दीवादी। संत आचरण संत चू मार्ग, संत ची ओलग ओलगणी। और एक मांगों भगत चिंता मन, जनी लखावू असंत पापी सना। रविदास पण जू जान है सूजान। रविदास पण जू जान सूजान। संत अनंत हैं अंतर नाही, संत अनंत हैं अंतर नाही। परम सन्मान जो जुगु जुग अटल साहिब सतगुरु श्री गुरु ग्रंथ साहिब महाराज की निगी गोद के अंदर डेरा सचखंड संत बाबा नारायण दास डी शेरपुर टक्कों की पावन पवित्र धरती ते सतगुरां दे अनंत छे संत बाबा अमरदास महाराज की सालाना वरसी समागम ते तित जाए बहुत सत संगति, जित हर का हर नाम बिलोइए। धन धन सत संगत जित हर रस पाया, मिल जन नानक नाम प्रकाश। जिथे आके हिरदे नूं रोशनी मिलती है, ज्ञान मिलता है, प्रकाश मिलता है, समझ मिलती है, अकल मिलती है, बुद्ध मिलती है। उस गुर दी गोद दे अंदर बैठी साध संगत जी, जय गुरदेव धन गुरदेव, जय सतगुरु रविदास जी धन सतगुरु रविदास जी। वाहिगुरु जी का खालसा वाहिगुरु जी की फतेह। आदरणीय सत्कारयोग साध संगत जी, साहिब सतगुरु गुरु रविदास पातशाह जी की रसना तो उच्चारण किया शब्द, जिन्हां ने सदियां पहला जदों इस धरती तो न्याय सच ज्ञान दे दुनिया तो अलोप हो गया है, ते सतगुरां ने इदां वाह खड़े कीते, कहंदे संत तुझे तन, कहंदे ऐ परमेश्वर संत तेरा स्वरूप ने, तेरा शरीर ने, पर कहंदे लभणे कित्थों आ। धन गुरु ग्रंथ साहिब जी कहंदे आ, आस प्यासी मैं फिरों। साहिब गुरु नानक संत लभदे फिरदे आ, संत जिन्हां ने बाणी अंदर कहंदे रहो संत हों टोल। कहंदे मैं संत लभदा फिरदा, साहिब गुरु नानक कहंदे। फिर गुरु नानक साहिब कित्थे जांदे ने? गुरु का बाग बनारस। साध संगत जी कपूरथला जिहड़ा
ਚੂੜਕਾਣੇ ਦੀ ਧਰਤੀ ਸਾਹਿਬ ਗੁਰੂ ਨਾਨਕ ਸੰਤਾਂ ਨੂੰ ਮਿਲ ਜਾਂਦੇ ਆ। ਆਸ ਪਿਆਸੀ ਮੈਂ ਫਿਰਾਂ ਕਬ ਪੇਖੋਂ ਗੋਪਾਲ, ਹੈ ਕੋਈ ਸਾਜਨ ਸੰਤ ਜਨ ਨਾਨਕ ਪ੍ਰਭ ਮੇਲਣ ਹਾਰ। ਕੋਈ ਸੰਤ ਜਿਹੜਾ ਰੱਬ ਨੂੰ ਪ੍ਰਗਟ ਕਰਦਾ ਏ, ਕਹਿੰਦੇ ਉਹ ਮੈਂ ਲੱਭਣਾ ਚਾਹੁੰਦਾ ਹਾਂ। ਫਿਰ ਸਤਿਗੁਰੂ ਗੁਰੂ ਰਵਿਦਾਸ ਜੀ ਲੱਭੇ। ਆਪਾਂ ਸਾਰਿਆਂ ਨੂੰ ਪਤਾ ਏ ਉਹ ਬਨਾਰ ਦੀ ਧਰਤੀ ਜਿਹੜਾ ਗੰਗਾ ਦੇ ਕੋਈ ਟੱਚ ਨਹੀਂ ਸੀ ਕਰ ਸਕਦਾ, ਏਦਾਂ ਪਾਣੀ ਨੂੰ ਛੂਹ ਨਹੀਂ ਸਕਦਾ, ਉਹ ਗੰਗਾ ਉਲਟੀ ਅੱਡ ਬਨਾਰ ਦੀ ਧਰਤੀ 80 ਘਾਟ ਤੇ ਬਹਿ ਰਹੀ ਆ, ਅੱਡ ਬਹਿ ਰਹੀ ਆ। ਇਸ ਲਈ ਉਹ ਸੰਤ ਲੱਭੇ ਸਤਿਗੁਰੂ ਗੁਰੂ ਰਵਿਦਾਸ ਜੀ। ਸਾਧ ਦੀ ਆਪਾਂ ਮੇਨ ਵਿਚਾਰਾਂ ਕਰਨੀਆਂ ਨੇ। ਭਾਰਤ ਦੇਸ਼ ਦਾ ਰਾਜਾ ਰਿਹਾ ਇਹ ਬਾਦਸ਼ਾਹ ਅਕਬਰ, ਉਹਨੇ ਐਲਾਨ ਕਰ ਦਿੱਤਾ, ਕਹਿੰਦਾ ਰੱਬ ਮਰ ਗਿਆ ਏ। ਇਤਿਹਾਸ ਏ, ਦੁਨੀਆ ਭਰ ਦੇ ਸਾਧੂ ਬੁਲਾਏ ਗਏ, ਕਹਿੰਦੇ ਜਾਂ ਤਾਂ ਰੱਬ ਪ੍ਰਗਟ ਕਰੋ ਜਾਂ ਫਿਰ ਰੱਬ ਮਰ ਗਿਆ ਏ। ਭਾਰਤ ਦਾ ਰਾਜਾ ਕਹਿ ਰਿਹਾ ਹੈ। ਤੇ ਸਾਧ ਸੰਗਤ ਦੇ ਮਹਾਂਪੁਰਸ਼ ਇਕੱਠੇ ਹੋਏ, ਜਿਵੇਂ ਸੰਤ ਬਾਬਾ ਸਰਵਣਦਾਸ ਜੀ, ਬੌਣ ਸੰਤ ਬਾਬਾ ਨਿਰਮਲ ਦਾਸ ਜੀ। ਸਭਾ ਬੈਠ ਗਈ ਤੇ ਬਾਦਸ਼ਾਹ ਨੂੰ ਮਹਾਂਪੁਰਸ਼ਾਂ ਵਿੱਚੋਂ ਇੱਕ ਮਹਾਂਪੁਰਸ਼ ਖੜੇ ਹੋਏ, ਕਹਿੰਦੇ ਬਾਦਸ਼ਾਹ ਤੇਰਾ ਸਵਾਲ ਸੁਣਨਾ ਚਾਹੁੰਦੇ ਆ। ਕਹਿੰਦੇ ਮੈਂ ਦੱਸ ਚੁੱਕੇ ਆ ਪਰ ਫਿਰ ਦੁਬਾਰਾ ਕਹਿਣਾ ਚਾਹੁੰਦਾ ਏ ਕਿ ਲੱਗਦਾ ਏ ਰੱਬ ਮਰ ਗਿਆ ਏ। ਕਹਿੰਦੇ ਕਿਉਂ ਮਰ ਗਿਆ ਏ? ਕਹਿੰਦੇ ਜੇ ਕਿਸੇ ਨੇ ਮੈਨੂੰ ਕਿਹਾ ਜਗ ਕਰ, ਮੈਂ ਜਗ ਕੀਤੇ। ਕਿਸੇ ਨੇ ਕਿਹਾ ਹਮਨ ਕਰ, ਹਮਨ ਕੀਤੇ। ਪਾਠ ਕੀਤੇ, ਜਾਪ ਕੀਤੇ। 40 ਸਾਲ ਦੀ ਉਮਰ ਹੋ ਗਈ, ਮੇਰੇ ਘਰ ਔਲਾਦ ਨਹੀਂ ਹੋਈ। ਜੇ ਰੱਬ ਜੀਂਦਾ ਹੁੰਦਾ ਅਰਦਾਸ ਸੰਤ ਤੋਂ ਤੁਹਾਡੀ ਸੁਣ ਲੈਂਦਾ। ਉਹ ਸੰਤ ਕਹਿੰਦੇ ਗੱਲ ਇਹ ਆ ਭਈ ਰੱਬ ਤੇ ਹੈਗਾ, ਸੰਤ ਵੀ ਹੈਗੇ ਆ, ਪਰ ਅਸੀਂ ਜਿਹੜੇ ਆ ਨਾ, ਅਸੀਂ ਤਾਂ ਕੇਵਲ ਇੱਥੇ ਤੱਕ ਹੀ ਆ। ਤੈਨੂੰ ਮੈਂ ਦੱਸ ਦਿੰਨਾ ਸੰਤ ਹੈਗੇ, ਪਰ ਤੈਨੂੰ ਮਿਲਣਾ ਪਵੇਗਾ। ਜਿਹਨੂੰ ਅਭਿਲਾਸ਼ਾ ਹੋਵੇ ਨਾ ਉਹ ਫਿਰ ਲੱਭਦਾ ਫਿਰਦਾ। ਕਹਿੰਦੇ ਟਿਕਾਣਾ ਦੱਸ ਦਿੰਨੇ ਆ, ਤੂੰ ਜਾ ਕੇ ਮਿਲਣੇ। ਜੇ ਨਾ ਸੰਤ ਹੋਇਆ ਤਾਂ ਮੈਂ ਇਸ ਧਰਤੀ ਤੋਂ ਅਲੋਪ ਹੋ ਜਾਵਾਂਗਾ। ਇਤਿਹਾਸ ਗਵਾਏ। ਟਿਕਾਣਾ ਦੱਸਿਆ, ਕਹਿੰਦੇ ਲੁਧਿਆਣੇ ਦੀ ਧਰਤੀ, ਜਗਰਾਮਾ ਪਿੰਡ, ਜਗਰਾਮਾ ਦੀ ਧਰਤੀ ਤੇ ਜਾਣੇ ਪਵੇਗਾ। ਉੱਥੇ ਸੰਤ ਬੈਠੇ, ਕਹਿੰਦੇ ਜਾ ਕੇ ਮਿਲਣਾ। ਅਸੀਂ ਸਾਰੇ ਬੈਠੇ ਆ, ਪਰ ਸੰਤ ਸਾਡੇ ਵਿੱਚ ਸਾਰੇ ਸੰਤ ਨੇ, ਪਰ ਰੱਬ ਨੂੰ ਮਿਲਾਉਣ ਵਾਲਾ ਕੋਈ ਨਹੀਂ। ਰੱਬ ਨੂੰ ਮਿਲਾਉਣ ਵਾਲਾ ਜਗਰਾਮਾ ਬੈਠਾ ਏ। ਬਾਦਸ਼ਾਹ ਅਕਬਰ ਦਿੱਲੀ ਦੇ ਤਖਤ ਤੋਂ ਸ਼ਾਹੀ ਲਿਬਾਸ ਲਾ ਕੇ ਖਫਣੀ ਪਾ ਕੇ ਆਇਆ, ਨੰਗੇ ਪੈਰੀਂ ਆਇਆ। ਲੁਧਿਆਣਾ ਜ਼ਿਲ੍ਹਾ, ਜਗਰਾਮਾ ਦੀ ਧਰਤੀ। ਜਦੋਂ ਆਇਆ ਨਾ ਦਰਬਾਰ ਤੇ, ਪਹਿਰੇਦਾਰ ਖੜਾ ਸੀ, ਉਹਨੇ ਰੋਕ ਦਿੱਤਾ। ਕਹਿੰਦੇ ਸਮੇਂ ਤੋਂ ਪਹਿਲਾਂ ਅੰਦਰ ਨਹੀਂ ਜਾ ਸਕਦਾ ਮਹਾਂਪੁਰਸ਼ਾਂ ਕੋਲ। ਵਜ਼ੀਰ ਕਹਿੰਦੇ ਤੈਨੂੰ ਪਤਾ ਨਹੀਂ ਇਹ ਭਾਰਤ ਦਾ ਰਾਜਾ ਆ। ਕਹਿੰਦੇ ਮੈਨੂੰ ਰਾਜਿਆਂ ਦੇ ਰਾਜੇ ਦਾ ਹੁਕਮ ਹੈ, ਜਿਹੜਾ ਰਾਜੇ ਬਣਾਉਂਦਾ ਨਾ ਉਹਦਾ ਹੁਕਮ ਆ, ਉਹ ਅੰਦਰ ਬੈਠਾ। ਇੰਨੀ ਦੇਰ ਨੂੰ ਜਿਹਨੂੰ ਧੰਨ ਗੁਰੂ ਰਵਿਦਾਸ ਜੀ ਕਹਿੰਦੇ ਨੇ ਸਹਿਕੀ ਸਾਰ, ਰੱਬ ਨੂੰ ਪਾਉਣ ਦੀ ਜੁਗਤ ਸੁਹਾਗਣ ਜਾਣੇ। ਇਸਤਰੀ ਔਰਤ ਸਤ ਸੰਗੀ ਗੁਰਮੁਖ, ਗੁਰਸਿੱਖ ਗੁਰਮੁਖ ਸਿੱਖ ਜਾਣਦੇ ਨੇ। ਜਿਹਨੂੰ ਪਰਮਹੰਸ ਕਿਹਾ ਏ। ਬੀਬੀ ਮੁਮਤਾਜ ਮਹਾਂਪੁਰਸ਼ਾਂ ਨੇ ਲੰਗਰ ਪ੍ਰਸ਼ਾਦਾ ਲੈ ਕੇ ਆਈ ਤੇ ਪਹਿਰੇਦਾਰ ਸਾਈਡ ਨੂੰ ਹੋਇਆ। ਵਜ਼ੀਰ ਨੇ ਪਛਾਣ ਲਿਆ ਕੋਈ ਖਾਸ ਸੇਵਾਦਾਰ ਆ, ਕੋਈ ਸਾਧ ਗੁਰੂ ਦੇ ਸਿੱਖ ਨੇ। ਨਮਸਕਾਰ ਕੀਤੀ, ਕਹਿੰਦੇ ਬੀਬਾ ਤੂੰ ਕੌਣ ਏ? ਤੇ ਆ ਜਿਹੜਾ ਪਹਿਰੇਦਾਰ ਕੌਣ ਆ? ਕਹਿੰਦੇ ਮਹਾਂਪੁਰਸ਼ ਮੈਂ ਮਹਾਂਪੁਰਸ਼ਾਂ ਦੀ ਸੇਵਾਦਾਰ, ਲੰਗਰ ਲੈ ਕੇ ਆਉਣੀ 8 ਪੈਰ, ਇਹ ਮਹਾਂਪੁਰਸ਼ਾਂ ਦਾ ਪਹਿਰੇਦਾਰ। ਤੇ ਤੁਸੀਂ ਕਹਿੰਦੇ ਬੀਬੀ ਇਹ ਭਾਰਤ ਦਾ ਰਾਜਾ ਅਕਬਰ ਏ, ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਚੱਲ ਕੇ ਆਏ। ਤੇ ਬੀਬੀ ਨੇ ਆਖਿਆ ਇਹ ਮਹਾਂਪੁਰਸ਼ਾਂ ਨੇ ਪ੍ਰਸ਼ਾਦਾ ਛਕਣਾ ਹੈ, ਬਾਹਰ ਵਿੱਚ ਮਿਲਿਓ, ਵਿਚਾਰ ਕਰ ਲੈਣਾ। ਸਿਆਣਾ ਵਜ਼ੀਰ ਸੀ, ਕਹਿਣ ਲੱਗਾ ਬੀਬਾ ਅਸੀਂ ਵੀ ਬੇਨਤੀ ਕਰਨੀ ਏ, ਬੇਔਲਾਦਾ ਜਾ ਰਿਹਾ ਹੈ ਭਾਰਤ ਦਾ ਰਾਜਾ, ਤੂੰ ਵੀ ਬੇਨਤੀ ਕਰੀ। ਮਹਾਂਪੁਰਸ਼ਾਂ ਨੇ ਲੰਗਰ ਛਕਿਆ। ਬਾਦਸ਼ਾਹ ਲੰਮੇ ਪੈ ਕੇ ਡੰਡੌਤ ਕੀਤੇ ਤੇ ਸਾਧ ਸੰਗਤ ਜੀ ਬਚਨ ਆਖ ਦਿੱਤਾ ਕਿ ਮਹਾਂਪੁਰਸ਼ੋ ਤੁਹਾਡੇ ਦਰਸ਼ਨ ਕਰਨ ਲਈ ਆਏ ਹਾਂ, ਬੇਔਲਾਦਾ ਜਾ ਰਿਹਾ ਹਾਂ। ਅਰਦਾਸਾਂ ਕੀਤੀਆਂ ਨੇ, ਜਾਪ ਕੀਤੇ ਨੇ, ਜਗ ਕੀਤੇ ਨੇ। ਤੇ ਮਹਾਂਪੁਰਸ਼ ਪਤਾ ਕੀ ਕਹਿੰਦੇ, ਜਿਹੜੇ ਰੱਬ ਸੀ ਸੰਤ ਨਰੈਣ ਦਾਸ ਜੀ ਮਹਾਰਾਜ ਵਰਗੇ, ਕਹਿੰਦੇ ਭਰਾਵਾ ਮੈਂ ਕਿਹੜਾ ਰੱਬ ਆ। ਜਦੋਂ ਪਹਿਲਾ ਬਚਨ ਕਹਿੰਦੇ ਮੈਂ ਕਿਹੜਾ ਰੱਬ ਆ। ਫਿਰ ਦੂਸਰੀ ਵਾਰੀ ਬੇਨਤੀ ਕੀਤੀ, ਕਹਿੰਦਾ ਭਰਾਵਾ ਰੱਬ ਕਿਹੜਾ, ਮੇਰੀ ਗੱਲ ਸੁਣਦਾ। ਜਿਹੜੀ ਕੋਲ ਬੀਬੀ ਰਹਿੰਦੀ ਸੀ ਨਾ ਸੇਵਾਦਾਰ,
ਉਹ ਕਹਿੰਦੀ ਹੁਣ ਤੁਸੀਂ ਰੁਕ ਜਾਓ, ਮੈਂ ਗੱਲ ਕਰਦੀ ਆ। ਕਹਿੰਦੀ ਬਾਬਾ ਜੀ ਤੁਸੀਂ ਆਖਿਆ ਏ ਤੁਸੀਂ ਰੱਬ ਨਹੀਂ, ਤੁਹਾਡੀ ਗੱਲ ਰੱਬ ਨਹੀਂ ਸੁਣਦਾ, ਪਰ ਮੈਂ ਤੁਹਾਡੇ ਚਰਨਾਂ ਵਿੱਚ ਤੱਕਿਆ ਏ, ਤੁਹਾਡਾ ਰੱਬ ਪਹਿਰਾ ਦਿੰਦਾ ਏ। ਜਿਹੜਾ ਪੇਖੋਂ ਤੈ ਹਜੂਰ ਦੂਰ ਕਤਹੋਂ ਨਾ ਜਾਈ, ਰੱਬ ਰਿਹਾ ਸਰਵਤਰ ਮੈਂ ਸਭਨੀ ਥਾਈ, ਰੱਬ ਰਿਹਾ ਸਰਵਤਰ ਮੈਂ ਦੂਰ ਨਾ ਕਤਹੋਂ ਜਾਈ। ਅਚਲ ਅਛੇਦ ਅਪਾਰ ਪ੍ਰਭ ਉੱਚਾ ਜਾਕਾ ਰੂਪ, ਜਪ ਜਪ ਕਰੇ ਆਨੰਦ ਜਨ ਅਚਾਰਜ ਅਨੂਪ। ਸਾ ਮਤ ਦੇਹੋ ਦਿਆਲ ਪ੍ਰਭ, ਜਿਤ ਤੁਮੈ ਅਰਾਧਾ, ਨਾਨਕ ਮੰਗੈ ਦਾਨ ਪ੍ਰਭ ਰੇਣ ਪਗ ਸਾਧਾਂ। ਸਾਹਿਬ ਗੁਰੂ ਨਾਨਕ ਸਾਧਾਂ ਦੀ ਧੂੜੀ ਮੰਗਦੇ ਆ। ਮੈਂ ਤੁਹਾਡੇ ਚਰਨਾਂ 'ਚ ਰੱਬ ਦੇਖਿਆ ਏ। ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਆ, ਜੇ ਤੁਹਾਡੀ ਰੱਬ ਤੁਸੀਂ ਰੱਬ ਨਹੀਂ, ਰੱਬ ਤੁਹਾਡੀ ਗੱਲ ਨਹੀਂ ਸੁਣਦਾ, ਫਿਰ ਤੁਹਾਡੇ ਵਿੱਚ ਤੇ ਰੱਬ ਵਿੱਚ ਅੰਤਰ ਕੀ ਆ? ਫਿਰ ਸੰਤਾਂ ਨੇ ਪਤਾ ਕੀ ਕਿਹਾ? ਜਗਰਾਵਾਂ ਦੀ ਧਰਤੀ ਅੱਡ ਚਲੇ ਜਾਇਓ, ਅੱਡ। ਕਹਿੰਦੇ ਬੀਬਾ ਵੀ ਮੇਰੇ ਕੋਲੋਂ ਕਾਹਨੂੰ ਘਾਉਣੀ ਆ? ਤੂੰ ਕਹਿ ਦੇ ਬਾਦਸ਼ਾਹ ਦੇ ਅਕਬਰ ਦੇ ਪੁੱਤ ਜੰਮ ਪਵੇ। ਤੇ ਮਹਾਂਪੁਰਸ਼ਾਂ ਨੇ ਨਹੀਂ ਸੀ ਕਿਹਾ, ਉਹ ਬੀਬੀ ਨੇ ਕਿਹਾ ਸੀ, ਕਹਿੰਦੇ ਬਾਦਸ਼ਾਹ ਜਾ ਤੇਰੇ ਘਰ ਪੁੱਤ ਜੰਮੇਗਾ। ਸਲੀਮ ਚਿਸ਼ਤੀ ਪੁੱਤਰ ਜੰਮਿਆ, ਉਹੀ ਜਹਾਂਗੀਰ ਬਣਿਆ। ਉਹਨੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਨੂੰ ਤੱਤੀ ਤਵੇ ਤੇ ਬਿਠਾ ਦਿੱਤਾ, ਸੰਤਾਂ ਦੇ ਜਬਰ ਤੋਂ ਜੰਮਿਆ। ਕਹਿਣ ਤੋਂ ਮਤਲਬ ਸੰਤਾਂ ਦੇ ਵਚਨ ਦਾ ਰਾਜੇ ਬਣਦੇ ਨੇ। ਅੱਜ ਇੰਟਰਨੈਸ਼ਨਲ ਖਿਡਾਰੀ, ਅੱਜ ਇੰਟਰਨੈਸ਼ਨਲ ਡਿਗਰੀਆਂ ਦੇ ਪ੍ਰਾਪਤ, ਟੈਟ ਪਾਸ, ਮਾਸਟਰ, ਟੀਚਰ, ਅਧਿਆਪਕ ਡਾਂਗਾ ਖਾਂਦੇ ਨੇ, ਤੇ ਅਸੀਂ ਰੱਬ ਲੱਭਦੇ ਫਿਰਦੇ ਆ, ਅਸੀਂ ਸਰਕਾਰਾਂ ਲੱਭਦੇ ਫਿਰਦੇ ਆ। ਰੋਜ਼ਾਨਾ ਦੇਖਦੇ ਆ ਇੰਟਰਨੈਸ਼ਨਲ ਖਿਡਾਰੀ, ਇੰਟਰਨੈਸ਼ਨਲ ਬੀਐਡ ਐਮਏ ਐਮਐਡ ਪਾਸ, ਰੋਜ਼ ਡਾਂਗਾ ਪੈਂਦੀਆਂ ਨੇ। ਸਾਰੀਆਂ ਨੌਕਰੀਆਂ ਸਾਰੇ ਅਦਾਰੇ ਪ੍ਰਾਈਵੇਟ ਕਰ ਦਿੱਤੇ ਗਏ ਨੇ। ਅਸੀਂ ਕਿੱਥੋਂ ਸਰਕਾਰਾਂ ਰੱਬ ਲੱਭਦੇ ਆ? ਇਸ ਲਈ ਜਾਗਣਾ ਪਵੇਗਾ, ਮੌਕਾ ਜਾਗਣ ਦਾ ਏ। ਇਸ ਲਈ ਸਾਧ ਸੰਗਤ ਜੀ, ਸੰਤ ਰੱਬ ਦਾ ਰੂਪ ਹੁੰਦੇ ਨੇ, ਪਰ ਸਾਧ ਕਹਿੰਦੇ ਨੇ ਹੈਨ ਬਿਰਲੇ ਨਾਹੀ ਘਣੇ, ਫੈਲ ਫੱਕੜ ਸੰਸਾਰ ਹੈਗੇ ਆ, ਬਿਰਲੇ ਵਿਰਲੇ ਆ, ਬਹੁਤੇ ਸੰਗਣੇ ਨਹੀਂ ਹੋਇਆ ਕਰਦੇ। ਇਸ ਲਈ ਸਾਨੂੰ ਲੱਭਣਾ ਪਵੇਗਾ ਕਿਹੜੀ ਸਰਕਾਰ ਆ। ਪਿੱਛੇ ਜਿਹਾ ਬਿਆਨ ਆਇਆ ਸਰਕਾਰ ਦਾ ਕਿ ਸਾਡੇ ਭਾਰਤ ਵਾਸੀਆਂ ਸਾਰਿਆਂ ਦਾ ਡੀਐਨਏ ਇੱਕ ਆ। ਜੇ ਸਾਰਿਆਂ ਦਾ ਡੀਐਨਏ ਇੱਕ ਆ, ਸੰਵਿਧਾਨ ਇੱਕ ਆ, ਫਿਰ ਮਨੂ ਸਮ੍ਰਿਤੀ ਸਾੜ ਦੇਣੀ ਚਾਹੀਦੀ ਆ। ਫਿਰ ਪਤਾ ਲੱਗੇ ਡੀਐਨਏ ਇੱਕ ਆ, ਫਿਰ ਪਤਾ ਲੱਗੂ ਸੰਵਿਧਾਨ ਇੱਕ ਆ। ਸੰਵਿਧਾਨ ਸਮ੍ਰਿਤੀ ਚੱਕੀ ਫਿਰਦੇ ਆ, ਡੀਐਨਏ ਕਹਿੰਦੇ ਇੱਕ ਆ। ਡੰਡੇ ਖਾਣ ਨੂੰ ਦੁਨੀਆ, ਰਾਜ ਕਰਨ ਨੂੰ ਅਸੀਂ ਕਹਿੰਦੇ ਡੀਐਨਏ ਇੱਕ ਆ। ਇਸ ਲਈ ਵਿਚਾਰਨਾ ਪਵੇਗਾ, ਜਿਨੀ ਪੜ੍ਹਿਆ ਏ ਉਹਨਾਂ ਨੂੰ ਵਿਚਾਰਨਾ ਪਵੇਗਾ। ਇਹਨਾਂ ਸਟੇਜਾਂ ਤੋਂ ਸਮਝ, ਅਕਲ, ਗਿਆਨ, ਪ੍ਰਕਾਸ਼ ਲੈ ਕੇ ਜਾਣਾ ਪਵੇਗਾ। ਕੇਵਲ ਅਗਰਬੱਤੀਆਂ ਦਿਖਾਉਣ ਤੋਂ ਉੱਪਰ ਉੱਠਣਾ ਪਵੇਗਾ, ਕੇਵਲ ਹਮਨ ਤੋਂ ਉੱਪਰ ਉੱਠਣਾ ਪਵੇਗਾ, ਕੇਵਲ ਪਾਣੀ ਇਸ਼ਨਾਨ ਦੁੱਧ ਇਸ਼ਨਾਨ ਤੋਂ ਉੱਪਰ ਉੱਠਣਾ ਪਵੇਗਾ। ਗੁਰੂਆਂ ਨੇ ਪਹਿਲਾਂ ਕਿਹਾ ਸੀ, ਦੂਤ ਤਾਂ ਬਛਰੇ ਥਨੋਂ ਬਿਟਾਰਿਓ ਫੂਲ ਭਵਰ, ਜਲ ਮੀਨ ਮਗਰ ਫੁੱਲਾਂ ਤੇ ਦੁੱਧ ਤੋਂ ਉੱਪਰ ਉੱਠਣਾ ਪਵੇਗਾ। ਫੇਰ ਜਾਗਾਂਗੇ, ਫੇਰ ਬਚਾਂਗੇ, ਨਹੀਂ ਤਾਂ ਇੱਕ ਦਿਨ ਇਹ ਦੇਸ਼ ਗੁਲਾਮ ਹੋ ਜਾਏਗਾ। ਦੱਸੋ ਕੋਈ ਬਾਂਹ ਖੜਾ ਕਰੇ ਜਿਹਨੇ 5 ਸਾਲਾਂ ਦੇ ਅੰਦਰ ਕੋਈ ਟੀਚਰ ਲੱਗਾ ਹੋਵੇ। ਰੋਜ਼ ਜੰਗਾਂ ਪੈਂਦੀਆਂ ਨੇ, ਤੁਹਾਡੇ ਸਾਹਮਣੇ ਆ। ਇਸ ਲਈ ਸਾਧ ਸੰਗਤ ਜਾਗਣਾ ਪਵੇਗਾ। ਪਾਤਸ਼ਾਹ ਨੇ ਕਿਹਾ ਸੀ ਜਾਗਣਾ ਜਾਗਣ ਨੀਕਾ, ਹਰ ਕੀਰਤਨ ਮੈਂ ਜਾਗਣਾ। ਸਾਨੂੰ ਜਾਗਣਾ ਪਵੇਗਾ, ਸਾਨੂੰ ਵੀ ਕੂਕਣਾ ਪਵੇਗਾ। ਧੰਨ ਗੁਰੂ ਰਾਮਦਾਸ ਜੀ ਨੇ ਬਾਣੀ 'ਚ ਕਿਹਾ ਸੀ, ਸੁਣੋ 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 ਜਨ ਭਾਈ, ਗੁਰ ਕਾਢੀ ਬਾਂਕ ਕੁਈਦੇ। ਕਹਿੰਦੇ ਮੈਂ ਬਾਂਕ ਵੱਢ ਕੇ ਰੌਲਾ ਪਾਉਂਦਾ, ਆ ਜਾਓ, ਕਿਉਂਕਿ ਮਨੁੱਖਤਾ ਰੁਲ ਰਹੀ ਸੀ। ਸੁਣੋ ਸੁਣੋ ਜਨ ਭਾਈ, ਗੁਰ ਕਾਢੀ ਬਾਂਕ ਕੂਜੇ, ਦੇ ਕੋ ਅੰਤਰ ਸੁਖ ਲੋੜੈ, ਜਾਏ ਸਤਿਗੁਰ ਸਰਣ ਪਵੀਡੇ। ਅੱਜ ਸਤਿਗੁਰ ਦੇ ਚਰਨਾਂ ਵਿੱਚ ਜੁੜਨਾ ਪਵੇਗਾ। ਇਸ ਲਈ ਸਾਧ ਸੰਗਤ ਜੀ, ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੇ ਸਿੱਖ ਸਿੱਖ ਉਤਰੈ, ਨਾਨਕ ਹਰ ਗੁਣ ਗਾਓ। ਉਹਦੇ ਗੁਣ ਗਾਈਏ ਤੇ ਸਾਧ ਸੰਗਤ ਆਪਣੇ ਆਪ ਨੂੰ ਪਛਾਣੀਏ, ਅਸੀਂ ਕੀ ਆ, ਕੀ ਕਰਨਾ ਹੈ, ਕਦੋਂ ਕਰਨਾ ਹੈ, ਕਿਵੇਂ ਕਰਨਾ ਹੈ, ਤਾਂ ਬੇੜਾ ਪਾਰ ਹੋਣਾ, ਨਹੀਂ ਤਾਂ ਗੁਲਾਮ ਤਾਂ ਹੈਗੇ ਹੀ ਆ। ਇਸ ਲਈ ਹੋਈਆਂ ਭੁੱਲਾਂ ਦੀ ਖਿਮਾ। ਸਮੂਹ ਸੰਗਤਾਂ ਨੂੰ, ਮਹਾਂਪੁਰਸ਼ਾਂ ਨੂੰ ਅੱਜ ਦੀ ਪਾਵਨ ਸਮਾਗਮ ਦੇ ਲੱਖ ਲੱਖ ਵਧਾਈ। ਜੈ ਗੁਰਦੇਵ, ਧੰਨ ਗੁਰਦੇਵ, ਜੈ ਸਤਿਗੁਰੂ ਰਵਿਦਾਸ ਜੀ, ਧੰਨ ਸਤਿਗੁਰੂ ਰਵਿਦਾਸ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।